ਜਿਹੜਾ ਬੇਟਾ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਪ੍ਰੋਵਿੰਸ਼ੀਅਲ ਲੈਜਿਸਲੇਚਰ। ਅਸੀਂ ਇਸ ਤੋਂ ਪਹਿਲਾਂ 1935 ਐਕਟ ਦੇ ਵਿੱਚ ਉਸ ਦੀ ਰੂਪਰੇਖਾ, ਉਸ ਦੀ ਇੰਟਰੋਡਕਸ਼ਨ, ਉਸ ਦੀ ਬੈਕਗਰਾਊਂਡ, ਉਸ ਦੀ ਫੈਡਰਲ ਸਟਰਕਚਰ, ਫੈਡਰਲ ਐਗਜ਼ੀਕਟਿਵ, ਫੈਡਰਲ ਲੈਜਿਸਲੇਚਰ, ਪ੍ਰੋਵਿੰਸ਼ੀਅਲ ਐਗਜ਼ੀਕਟਿਵ, ਇਹ ਸਾਰੇ ਇਸ਼ੂਸ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਤੋ ਅੱਜ ਦੇ ਟੌਪਿਕ ਦੇ ਵਿੱਚ ਅਸੀਂ ਜਿਹੜੀ ਡਿਸਕਸ਼ਨ ਕਰਨੀ ਹੈ ਉਹ ਹੈ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਵਿੱਚ। ਪ੍ਰੋਵਿੰਸ਼ੀਅਲ ਲੈਜਿਸਲੇਚਰ ਦਾ ਮਤਲਬ ਹੈ ਉਹ ਵਿਧਾਨ ਸਭਾਵਾਂ ਜੋ ਪ੍ਰਾਂਤਾਂ ਦੇ ਵਿੱਚ ਬਣਾਈਆਂ ਗਈਆਂ ਔਰ ਜਿਨ੍ਹਾਂ ਨੇ ਪ੍ਰਾਂਤਾਂ ਦੇ ਵਿੱਚ ਜਿਹੜੀਆਂ ਪ੍ਰੋਵਿੰਸਿਸ ਡਾਇਰੈਕਟਲੀ ਬ੍ਰਿਟਿਸ਼ਰਸ ਦੇ ਅੰਡਰ ਸਨ, ਉਹਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਨੂੰਨ ਦੇ ਸੰਬੰਧ ਦੇ ਵਿੱਚ ਰੂਪਰੇਖਾ ਬਣਾਈ ਜਾਣੀ ਸੀ। 1919 ਦੇ ਕਾਨੂੰਨ ਦੇ ਮੁਤਾਬਿਕ ਅਸੀਂ ਦੇਖਿਆ ਕਿ ਇੱਕੋ ਹੀ ਹਾਊਸ ਸੀਗਾ, ਲੇਕਿਨ 1935 ਦੇ ਵਿੱਚ ਜਿਹੜਾ ਦੂਸਰਾ ਚੈਂਬਰ ਸੀਗਾ ਉਹ ਕ੍ਰੀਏਟ ਕੀਤਾ ਗਿਆ ਔਰ ਜਿਹੜੇ ਮੇਨ ਉਸ ਵੇਲੇ ਦੇ ਪ੍ਰੋਵਿੰਸਿਸ ਸੀਗੇ, ਬੰਬੇ ਸੀ, ਮੈਡਰਾਸ ਸੀ, ਬੰਗਾਲ ਸੀ, ਯੂਪੀ ਸੀ, ਬਿਹਾਰ ਸੀ, ਅਸਾਮ ਸੀ। ਇਹਨਾਂ ਜਿਹੜੀ ਹੈਗੀ ਹੈ ਯੂਨੀਕੈਮਰਲ ਲੈਜਿਸਲੇਚਰ ਜਿਹੜੀ ਸੀ ਉਹ 5 'ਚ ਰੱਖੀ ਗਈ ਔਰ ਬਾਈ ਕੈਮਰਲ ਜਿਹੜੀ ਆ ਉਹ 6 ਪ੍ਰੋਵਿੰਸਿਸ ਦੇ ਵਿੱਚ ਇਹਨਾਂ ਵਿੱਚ ਜਿਹੜੇ ਮੈਂ 6 ਬੋਲੇ ਨੇ ਇਹਨਾਂ ਵਿੱਚ ਇੰਟਰੋਡਿਊਸ ਕੀਤੀ ਗਈ। ਜਿਹੜੇ ਬਾਈ ਕੈਮਰਲ ਦਾ ਮਤਲਬ ਹੈ ਜਿਹਦੇ 'ਚ ਦੋ ਜਿਹਨੂੰ ਅਸੀਂ ਅੱਜ ਕੱਲ੍ਹ ਦੇ ਵਿੱਚ ਕਹਿ ਦਿੰਦੇ ਹਾਂ ਕਿ ਜਿਵੇਂ ਪਾਰਲੀਮੈਂਟ ਦੇ ਵਿੱਚ ਸਮਝਣ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਲੋਕ ਸਭਾ ਅਤੇ ਰਾਜ ਸਭਾ। ਇੱਦਾਂ ਹੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਵੀ ਦੋ ਬੋਡੀਜ਼ ਨੇ, ਜਿਵੇਂ ਇੱਕ ਲੈਜਿਸਲੇਟਿਵ ਅਸੈਂਬਲੀ, ਇੱਕ ਲੈਜਿਸਲੇਟਿਵ ਕੌਂਸਲ। ਤਾਂ ਉਸੇ ਤਰੀਕੇ ਦੇ ਨਾਲ ਇਹ ਦੋ ਬੋਡੀਜ਼ ਜਿਹੜੀਆਂ ਸੀਗੀਆਂ ਉਹ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਔਰ ਉਹਦੇ ਵਿੱਚ ਜਿਹੜਾ ਇੱਕ ਲੋਅਰ ਹਾਊਸ ਹੈ ਜਿਹਦੇ ਵਿੱਚ ਡਾਇਰੈਕਟਲੀ ਜ਼ਿਆਦਾ ਬੰਦੇ ਇਲੈਕਟ ਹੋ ਕੇ ਆਉਂਦੇ ਸੀ, ਉਹਨੂੰ ਕਿਹਾ ਜਾਂਦਾ ਸੀ ਲੈਜਿਸਲੇਟਿਵ ਅਸੈਂਬਲੀ ਔਰ ਦੂਜੇ ਨੂੰ ਕਿਹਾ ਜਾਂਦਾ ਸੀਗਾ ਲੈਜਿਸਲੇਟਿਵ ਕੌਂਸਲ। ਹੁਣ ਇਸ ਸੰਬੰਧ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਿਟਿਸਿਜ਼ਮ ਵੀ ਹੋਇਆ ਕਿ ਜਿਹੜਾ ਦੂਸਰਾ ਚੈਂਬਰ ਬਣਾਇਆ ਗਿਆ ਉਹ ਜਾਣ-ਬੁੱਝ ਕੇ ਬਣਾਇਆ ਗਿਆ ਕਿਉਂਕਿ ਉਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਸੀ ਉਹ ਨੋਮੀਨੇਟਡ ਹੁੰਦੇ ਸੀਗੇ ਔਰ ਜਿਵੇਂ ਉਹਨਾਂ ਨੇ ਸ਼ਬਦ ਵਰਤਿਆ ਗਿਆ ਦੇ ਵਰ ਵਾਈਟ ਐਲੀਫੈਂਟਸ। ਉਹਨਾਂ ਵਿੱਚੋਂ ਬਹੁਤ ਸਾਰੇ ਕਈ ਵਾਰੀ ਮੀਟਿੰਗਾਂ ਦੇ ਵਿੱਚ ਹਾਜ਼ਰ ਵੀ ਨਹੀਂ ਸੀ ਹੁੰਦੇ, ਪ੍ਰੈਜ਼ੈਂਟ ਵੀ ਨਹੀਂ ਸੀ ਹੁੰਦੇ, ਤਾਂ ਜਿਸ ਕਰਕੇ ਉਹਦੀ ਕੋਈ ਬਹੁਤ ਵੱਡੀ ਯੂਟਿਲਿਟੀ ਨਹੀਂ ਸੀ ਨਿਕਲਦੀ। ਲੇਕਿਨ ਉਹਨਾਂ ਦੇ ਪਰਕਸ, ਉਹਨਾਂ ਦੇ ਅਲਾਊਂਸਿਸ ਉਹ ਸਾਰੇ ਜਿਹੜੇ ਨੇ ਐਜ਼ ਸੱਚ ਰਹਿੰਦੇ ਸੀਗੇ, ਤਾਂ ਜਿਹਦੇ ਕਰਕੇ ਸਰਕਾਰੀ ਖਜ਼ਾਨੇ ਦੇ ਉੱਤੇ ਇੱਕ ਬਹੁਤ ਵੱਡਾ ਬੋਝ ਉਸ ਚੀਜ਼ ਦਾ ਪੈਂਦਾ ਸੀ। ਤਾਂ ਇਹ ਉਹਦਾ ਕ੍ਰਿਟਿਸਿਜ਼ਮ ਵੀ ਜਿਹੜਾ ਹੈਗਾ ਅਸੀਂ ਦੇਖਣ ਨੂੰ ਸਾਨੂੰ ਮਿਲਦਾ ਹੈ। ਤਾਂ ਜਿਹੜੀ ਅਸੀਂ ਅੱਜ ਦੇ ਇਸ ਟੌਪਿਕ ਦੀ ਸ਼ੁਰੂਆਤ ਕਰ ਰਹੇ ਹਾਂ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਇਸ ਟੌਪਿਕ ਦੇ ਵਿੱਚ ਮੈਂ ਇੱਕ ਵਾਰੀ ਥੋੜ੍ਹਾ ਜਿਹਾ ਫੇਰ ਇਸ ਨੂੰ ਸਮਝਾ ਦਿੰਦਾ ਕਿ ਜਦੋਂ ਅਸੀਂ ਪ੍ਰੋਵਿੰਸ਼ੀਅਲ ਐਗਜ਼ੀਕਟਿਵ ਪੜ੍ਹ ਚੁੱਕੇ ਹਾਂ ਤਾਂ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਵਿੱਚ ਅਸੀਂ ਦੇਖਣਾ ਹੈ ਕਿ ਪ੍ਰਾਂਤਾਂ ਦੇ ਵਿੱਚ ਵਿਧਾਨ ਸਭਾਵਾਂ ਨੇ ਕਿੱਦਾਂ ਕੰਮ ਕੀਤਾ ਔਰ ਉਹਦੇ 'ਚ ਅਸੀਂ 1935 ਦੇ ਕਾਨੂੰਨ ਦੇ ਵਿੱਚ ਦੇਖਦੇ ਹਾਂ ਕਿ ਪ੍ਰਾਂਤਾਂ ਦੇ ਵਿੱਚ ਦੋ ਵਿੰਗਸ ਬਣਾਏ ਗਏ, ਲੈਜਿਸਲੇਟਿਵ ਅਸੈਂਬਲੀ ਔਰ ਲੈਜਿਸਲੇਟਿਵ ਕੌਂਸਲ। ਲੈਜਿਸਲੇਟਿਵ ਅਸੈਂਬਲੀ ਜਿਹਨੂੰ ਲੋਅਰ ਹਾਊਸ ਕਹਿ ਦਿੰਦੇ ਆ, ਲੈਜਿਸਲੇਟਿਵ ਕੌਂਸਲ ਜਿਹਨੂੰ ਅਪਰ ਹਾਊਸ ਕਹਿ ਦਿੰਦੇ ਆ ਔਰ ਇਸ ਤਰ੍ਹਾਂ ਨਾਲ ਯੂਨੀਕੈਮਰਲ ਯਾਨੀ ਇੱਕ ਸਦਨ ਦੀ ਬਜਾਏ ਬਾਈ ਕੈਮਰਲ ਦੋ ਸਦਨ ਦੀ ਵਿਵਸਥਾ ਕੀਤੀ ਗਈ ਔਰ ਇਹ 6 ਪ੍ਰੋਵਿੰਸਿਸ ਦੇ ਵਿੱਚ ਕੀਤੀ ਗਈ, ਬੰਗਾਲ, ਬੰਬੇ, ਮੈਡਰਾਸ, ਯੂਪੀ, ਬਿਹਾਰ, ਅਸਾਮ। ਬਾਕੀ 5 ਸਟੇਟਾਂ ਦੇ ਵਿੱਚ ਹਜੇ ਵੀ ਯੂਨੀਕੈਮਰਲ ਵਿਵਸਥਾ ਚੱਲਦੀ ਸੀ ਔਰ ਇਸ ਵਿਵਸਥਾ ਨੂੰ ਲੈ ਕੇ ਇੱਕ ਕ੍ਰਿਟਿਸਿਜ਼ਮ ਵੀ ਅਸੀਂ ਜ਼ਿਕਰ ਕੀਤਾ ਕਿ ਹੁੰਦਾ ਸੀ ਕਿ ਇਹਨੂੰ ਕਿਹਾ ਗਿਆ ਕਿ ਇੱਕ ਐਸੇ ਲੋਕ ਜਿਹੜੇ ਸੀਗੇ ਲੈਜਿਸਲੇਟਿਵ ਕੌਂਸਲ 'ਚ ਆ ਗਏ ਜਿਹੜੇ ਨੋਮੀਨੇਟਡ ਹੁੰਦੇ ਸੀ ਉਹ ਜ਼ਿਆਦਾਤਰ ਐਬਸੈਂਟ ਵੀ ਰਹਿੰਦੇ ਸੀ ਔਰ ਬਹੁਤ ਵੱਡੀ ਕੰਟਰੀਬਿਊਸ਼ਨ ਨਹੀਂ ਸੀ ਦਿੰਦੇ, ਲੇਕਿਨ ਉਹਨਾਂ ਦੇ ਜਿਹੜੀਆਂ ਤਨਖਾਹਾਂ ਨੇ, ਉਹਨਾਂ ਦੇ ਜਿਹੜੇ ਅਲਾਊਂਸਿਸ ਨੇ, ਉਹਨਾਂ ਦੇ ਜਿਹੜੇ ਪਰਕਸ ਨੇ, ਉਹਦਾ ਬਹੁਤ ਵੱਡਾ ਜਿਹੜਾ ਖਰਚ ਹੈ ਉਹ ਹਿੰਦੁਸਤਾਨ ਦੇ ਖਜ਼ਾਨੇ ਦੇ ਉੱਤੇ ਪੈਂਦਾ ਸੀ। ਤੋ ਜਿਸ ਕਰਕੇ ਇਹ ਇੱਕ ਨਵੀਂ ਜਿਹੜੀ ਹੈਗੀ ਹੈ ਉਸ ਵੇਲੇ ਸੰਸਥਾਵਾਂ ਬਣੀਆਂ, ਉਹਨੂੰ ਅਸੀਂ ਡਿਟੇਲ ਦੇ ਵਿੱਚ ਦੇਖਣਾ ਕਿ ਉਹ ਜਿਹੜੀ ਪ੍ਰੋਵਿੰਸ਼ੀਅਲ ਲੈਜਿਸਲੇਚਰ ਬਣੀ ਉਹਨੇ ਕਿਸ ਤਰੀਕੇ ਦੇ ਨਾਲ ਕੰਮ ਕੀਤਾ। ਤੋ ਕੰਮ ਦੇਖਣ ਤੋਂ ਪਹਿਲਾਂ ਅਸੀਂ ਦੋਨਾਂ ਦੀ ਸਟਰਕਚਰ ਦੇਖਾਂਗੇ ਕਿ ਜਿਹੜੀ ਲੈਜਿਸਲੇਟਿਵ ਕੌਂਸਲ ਔਰ ਲੈਜਿਸਲੇਟਿਵ ਅਸੈਂਬਲੀ ਬਣੀ ਉਹਨਾਂ ਦੀ ਸਟਰਕਚਰ ਕੀ ਸੀਗੀ, ਬਣਤਰ ਕੀ ਸੀ ਔਰ ਕਿਸ ਢੰਗ ਦੇ ਨਾਲ ਉਹਨਾਂ ਦੀ ਚੋਣ ਕੀਤੀ ਜਾਂਦੀ ਸੀ। ਜਿਹਨੂੰ ਅਸੀਂ ਲੈਜਿਸਲੇਟਿਵ ਕੌਂਸਲ ਕਹਿੰਦੇ ਹਾਂ ਬੇਟਾ, ਇਹ ਉਹਦੀ ਅਪਰ ਹਾਊਸ ਵੀ ਉਹਨੂੰ ਕਹਿ ਦਿੰਦੇ ਆ ਪ੍ਰਾਂਤਾਂ ਦੇ ਅੰਦਰ, ਉਹਦੇ ਜਿਹੜੇ ਮੈਂਬਰਾਂ ਦੀ ਗਿਣਤੀ ਸੀ ਉਹ ਸਟੇਟ ਟੂ ਸਟੇਟ ਡਿਫਰ ਕਰਦੀ ਸੀ। ਕਿਸੇ ਪ੍ਰਾਂਤ ਵਿੱਚ ਜਿੱਥੇ ਪਾਪੂਲੇਸ਼ਨ ਘੱਟ ਹੈ ਉਹਨਾਂ ਦੀ ਗਿਣਤੀ ਘੱਟ ਸੀ, ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈ ਉੱਥੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਤਾਂ ਉਸ ਔਰ ਈਵਨ ਜਿਹੜੀ ਵੋਟਿੰਗ ਕੁਆਲੀਫਿਕੇਸ਼ਨ ਹੈ ਉਹਨਾਂ ਦੇ ਮੈਂਬਰਾਂ ਨੂੰ ਚੁਣਨ ਨਾ ਸਿਰਫ ਮੈਂਬਰਾਂ ਦੀ ਗਿਣਤੀ ਬਲਕਿ ਉਹਨਾਂ ਦੇ ਮੈਂਬਰ ਜਿਨ੍ਹਾਂ ਨੇ ਚੁਣਿਆ ਜਾਣਾ ਹੈਗਾ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਵੀ ਬੇਟਾ ਵੈਰੀ ਕਰਦੀ ਸੀਗੀ ਇੱਕ ਪ੍ਰਾਂਤ ਤੋਂ ਦੂਜੀ ਪ੍ਰਾਂਤ ਤੱਕ।
ਜਨਰਲੀ ਜਿਹੜੇ ਵੋਟਰ ਹੁੰਦੇ ਸੀਗੇ ਉਹ ਆਮ ਤੌਰ ਦੇ ਉੱਤੇ ਮਨੀ ਟੈਕਸ ਪੇਅਰਸ ਹੁੰਦੇ ਸੀਗੇ, ਟਾਈਟਲ ਹੋਲਡਰਸ ਹੁੰਦੇ ਸੀਗੇ, ਯਾਨੀ ਜਿਹੜੀਆਂ ਕੁਝ ਰਿਸਪੌਂਸੀਬਲ ਔਰ ਵੱਡੀਆਂ ਕਲਾਸਿਸ ਨਾਲ ਸੰਬੰਧਿਤ ਨੇ। ਜ਼ਿਆਦਾਤਰ ਉਹਨਾਂ ਵਿੱਚੋਂ ਲੋਕ ਇਸ ਲੈਜਿਸਲੇਟਿਵ ਕੌਂਸਲ ਦੇ ਵਿੱਚ ਚੁਣ ਕੇ ਭੇਜੇ ਜਾਂਦੇ ਸੀ। ਹਾਈ ਕੋਰਟ ਦੇ ਜੱਜਿਸ ਵੀ ਉਹਦੇ ਵਿੱਚ ਹੋ ਸਕਦੇ ਸੀਗੇ, ਮੈਂਬਰਸ ਆਫ ਦਾ ਯੂਨੀਵਰਸਿਟੀ ਸੈਨੇਟ ਜਿਹੜੇ ਹੈਗੇ ਹੋ ਸਕਦੇ ਸੀਗੇ। ਤੋ ਕਹਿਣ ਦਾ ਮੁਤਾਬਿਕ ਇਹ ਹੈ ਕਿ ਲੈਜਿਸਲੇਟਿਵ ਕੌਂਸਲ ਦੇ ਵਿੱਚ ਜ਼ਿਆਦਾਤਰ ਲੋਕ ਅੱਪਰ ਔਰ ਜਿਹੜੀਆਂ ਕਹਿ ਲਓ ਵੀ ਪ੍ਰਭਾਵਸ਼ਾਲੀ ਕਲਾਸਿਸ ਨੇ ਸੁਸਾਇਟੀ ਦੀਆਂ, ਉਹ ਇਹਨਾਂ ਦੇ ਵਿੱਚ ਜ਼ਿਆਦਾਤਰ ਹਾਵੀ ਹੁੰਦੇ ਸਨ। ਔਰ ਜਿਹੜੀਆਂ ਇਹ ਕੌਂਸਲ ਆਫ ਸਟੇਟ ਸੀਗੀਆਂ, ਇਹ ਪਰਮਾਨੈਂਟ ਬੋਡੀ ਸੀ। ਜਿੱਦਾਂ ਅਸੀਂ ਫੈਡਰਲ ਲੈਜਿਸਲੇਚਰ ਦੇ ਵਿੱਚ ਦੇਖਿਆ ਕਿ ਉਹਨਾਂ ਵਿੱਚੋਂ 1/3 ਰਿਟਾਇਰ ਹੋਣਗੇ ਐਟ ਏ ਟਾਈਮ, ਲੇਕਿਨ 2/3 ਜਿਹੜੇ ਲੋਕ ਨੇ ਉਹ ਹਮੇਸ਼ਾ ਉੱਤੇ ਬਣੇ ਰਹਿਣਗੇ। ਔਰ ਇਹਨਾਂ ਦੀ ਜਿਹੜੀ ਟੈਨਿਓਰ ਸੀਗੀ ਉਹ 3 ਸਾਲ ਜਿਹੜੀ ਹੈ ਨਿਸ਼ਚਿਤ ਕੀਤੀ ਗਈ। ਔਰ ਜਿਹੜਾ ਇਸ ਲੈਜਿਸਲੇਟਿਵ ਕੌਂਸਲ ਦਾ ਪ੍ਰੈਜ਼ਾਈਡਿੰਗ ਅਫਸਰ ਹੁੰਦਾ ਸੀਗਾ, ਉਸ ਨੂੰ ਕਿਹਾ ਗਿਆ ਕਿ ਹੀ ਵਿਲ ਬੀ ਦਾ ਪ੍ਰੈਜ਼ੀਡੈਂਟ, ਔਰ ਉਹਦੇ ਨਾਲ ਇੱਕ ਡਿਪਟੀ ਪ੍ਰੈਜ਼ੀਡੈਂਟ ਵੀ ਜਿਹੜਾ ਹੈਗਾ ਚੁਣਿਆ ਗਿਆ। ਔਰ ਨਾਲੇ ਫਿਕਸ ਕੀਤਾ ਗਿਆ ਵੀ ਜੇ ਮੰਨ ਲਓ ਕੋਈ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਦੇ ਵਿੱਚ ਅਗਰ 10 ਤੋਂ ਘੱਟ ਲੋਕ ਪ੍ਰੈਜ਼ੈਂਟ ਨੇ ਤਾਂ ਮੀਟਿੰਗ ਵੈਲਿਡ ਨਹੀਂ ਹੋਏਗੀ। ਯਾਨੀ ਉਹਦਾ ਇਸ ਦੀ ਸ਼ਬਦ ਇਸਤੇਮਾਲ ਕਰਦੇ ਹਾਂ ਕੋਰਮ, ਤਾਂ ਉਹਦਾ ਕੋਰਮ ਜਿਹੜਾ ਹੈਗਾ ਉਹ 10 ਫਿਕਸ ਕੀਤਾ ਗਿਆ ਕਿ ਅਗਰ 10 ਤੋਂ ਵੱਧ ਮੈਂਬਰ ਪ੍ਰੈਜ਼ੈਂਟ ਨੇ ਦੈਨ ਦਾ ਮੀਟਿੰਗ ਵਿਲ ਬੀ ਵੈਲਿਡ। ਦੂਸਰਾ ਪਾਰਟ ਸੀਗਾ ਬੇਟਾ ਇਹਦੇ ਵਿੱਚ ਅਸੀਂ ਦੇਖਦੇ ਹਾਂ ਲੈਜਿਸਲੇਟਿਵ ਅਸੈਂਬਲੀ। ਉਹਦੀ ਵੀ ਜਿਹੜੀ ਗਿਣਤੀ ਹੈ ਉਹ ਡਿਫਰ ਕਰਦੀ ਹੈ ਪ੍ਰੋਵਿੰਸ ਟੂ ਪ੍ਰੋਵਿੰਸ। ਜਿਵੇਂ ਜਿਹੜਾ ਨਾਰਥ ਵੈਸਟ ਫਰੰਟੀਅਰ ਸੀਗਾ ਉਹਦੇ ਵਿੱਚ ਉਹਦੀ ਗਿਣਤੀ 50 ਸੀ, ਕਿਉਂਕਿ ਲੈਜਿਸਲੇਟਿਵ ਅਸੈਂਬਲੀ 11 ਦੇ 11 ਪ੍ਰੋਵਿੰਸਿਸ ਦੇ ਵਿੱਚ ਹੈ। ਜਿਹੜੀ ਲੈਜਿਸਲੇਟਿਵ ਕੌਂਸਲ ਹੈ ਦੈਟ ਵਾਜ਼ ਓਨਲੀ ਇਨ 6, ਤੇ ਜਿੱਥੇ ਲੈਜਿਸਲੇਟਿਵ ਕੌਂਸਲ ਆ ਉੱਥੇ ਲੈਜਿਸਲੇਟਿਵ ਅਸੈਂਬਲੀ ਵੀ ਹੈਗੀ ਸੀ, ਪਲੱਸ 5 ਹੋਰ 'ਚ ਵੀ ਸੀ ਜਿੱਥੇ ਲੈਜਿਸਲੇਟਿਵ ਕੌਂਸਲ ਨਹੀਂ ਹੁੰਦੀ ਸੀ। तो जिमें नॉर्थ वैस्ट फ्रंटीयर ਦੇ ਵਿੱਚ ਬੇਟਾ ਉਹਦੀ ਗਿਣਤੀ ਸਿਰਫ 50 ਸੀ। ਔਰ ਲੇਕਿਨ ਬੰਗਾਲ ਕਿਉਂਕਿ ਉਸ ਵੇਲੇ ਬਹੁਤ ਵੱਡੀ ਸਟੇਟ ਸੀਗੀ ਜਿਹਦੇ 'ਚ ਪੂਰੇ ਦਾ ਪੂਰਾ ਬੰਗਲਾਦੇਸ਼ ਉਹਦਾ ਪਾਰਟ ਸੀਗਾ, ਤਾਂ ਉੱਥੇ ਉਹਦੀ ਗਿਣਤੀ ਜਿਹੜੀ ਹੈ 250 ਮੈਂਬਰਸ ਸੀ। ਤੇ ਇਹਦੇ ਸਾਰੇ ਮੈਂਬਰਸ ਜਿਹੜੇ ਸੀਗੇ ਲੈਜਿਸਲੇਟਿਵ ਅਸੈਂਬਲੀ ਦੇ ਉਹ ਇਲੈਕਟ ਕੀਤੇ ਜਾਂਦੇ ਸਨ। ਔਰ ਉਹਨਾਂ ਦੀ ਜਿਹੜੀ ਟਰਮ ਸੀਗੀ ਉਹ 5 ਸਾਲ ਲਈ ਹੁੰਦੀ ਸੀ, ਲੇਕਿਨ ਉਹਨੂੰ ਕਿਸੇ ਵੀ ਵੇਲੇ ਭੰਗ ਕੀਤਾ ਜਾ ਸਕਦਾ ਸੀਗਾ। ਇਹ ਪਰਮਾਨੈਂਟ ਬੋਡੀ ਨਹੀਂ ਸੀਗੀ ਔਰ 5 ਸਾਲ ਲਈ ਇਲੈਕਟ ਹੋਣਗੇ ਤਾਂ ਉਸ ਤੋਂ ਬਾਅਦ ਦੁਬਾਰਾ ਫਿਰ ਇਲੈਕਸ਼ਨਸ ਹੋਣਗੇ। ਇਸ ਤਰੀਕੇ ਦਾ ਪ੍ਰੋਸੀਜਰ ਇਹਦੇ ਵਿੱਚ ਬਣਾਇਆ ਗਿਆ। ਔਰ ਕਿਉਂਕਿ 1935 ਦੇ ਕਾਨੂੰਨ ਦੇ ਵਿੱਚ ਜਿਹੜਾ ਫਰੈਂਚਾਈਜ਼ ਹੈ, ਫਰੈਂਚਾਈਜ਼ ਦਾ ਮਤਲਬ ਹੁੰਦਾ ਵੋਟ ਪਾਉਣ ਦੇ ਅਧਿਕਾਰ ਦੇਣ ਵਾਲੇ ਲੋਕਾਂ ਦੀ ਗਿਣਤੀ। ਤਾਂ ਉਹ ਜਿਹੜਾ ਜਾਂ ਉਹਦੀ ਕਹਿ ਲਓ ਵੀ ਉਹਦੀ ਜਿਹੜੀ ਹੈ ਜੂਰਿਸਡਿਕਸ਼ਨ ਜਿਹੜੀ ਹੈ ਵੋਟ ਪਾਉਣ ਦੇ ਲੋਕਾਂ ਦੀ, ਯਾਨੀ ਕੰਡੀਸ਼ਨਸ ਜਿਹੜੀਆਂ ਨੇ ਉਹ ਬੜੀਆਂ ਲਿਬਰਲ ਕੀਤੀਆਂ ਗਈਆਂ, ਯਾਨੀ ਫਰੈਂਚਾਈਜ਼ ਵਧਾਇਆ ਗਿਆ, ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਵਧੀ। ਤਾਂ ਉਹ ਜਿਹੜੀ ਹੈ 1919 ਦੇ ਕਾਨੂੰਨ ਦੇ ਵਿੱਚ ਸਿਰਫ 3% ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ। ਉੱਥੇ 1935 ਦੇ ਕਾਨੂੰਨ ਦੇ ਅਨੁਸਾਰ 14% ਜਿਹੜੇ ਲੋਕ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਜ਼ਿਆਦਾਤਰ ਕੁਆਲੀਫਿਕੇਸ਼ਨਸ ਪੁਰਾਣੀਆਂ ਵੀ ਰਹੀਆਂ, ਅਡਲਟ ਹੋਣਾ ਚਾਹੀਦਾ ਹੈ ਔਰ ਉਹਦੇ ਕੋਲੇ ਜਿਹੜਾ ਹੈਗਾ ਉਹ ਟੈਕਸ ਦਿੰਦਾ ਹੋਵੇ ਜਾਂ ਉਹ ਲੈਂਡ ਟੈਕਸ ਦਿੰਦਾ ਹੋਵੇ, ਯਾਨੀ ਉਹ ਕੋਈ ਨਾ ਕੋਈ ਲੈਂਡ ਹੋਲਡਰ ਹੋਏ। ਤਾਂ ਇਸ ਤਰੀਕੇ ਦੇ ਬਣ ਕੇ ਜਿਨ੍ਹਾਂ ਦੇ ਕੋਲੇ ਟੈਕਸ ਦੇਣਾ ਹੈਗਾ ਉਹਨਾਂ ਦੇ ਕੋਲੇ ਵੋਟਿੰਗ ਰਾਈਟ ਦਿੱਤੇ ਗਏ। ਔਰ ਇਹਦੇ ਵਿੱਚ ਇੱਕ ਪਲੱਸ ਪੁਆਇੰਟ ਬੇਟਾ ਅਸੀਂ ਇਹ ਦੇਖਦੇ ਹਾਂ ਕਿ ਈਵਨ ਅਗਰ ਔਰਤਾਂ ਦੇ ਕੋਲੇ ਇਹ ਮਿਨੀਮਮ ਕੁਆਲੀਫਿਕੇਸ਼ਨਸ ਹੈਗੀਆਂ ਨੇ, ਈਵਨ ਦੈਨ ਦੇ ਆਰ ਹੈਵਿੰਗ ਦਾ ਰਾਈਟ ਟੂ ਵੋਟ, ਉਹ ਵੀ ਵੋਟ ਪਾ ਸਕਦੀਆਂ ਸੀਗੀਆਂ। ਤੇ ਇਹਨਾਂ ਨੇ ਆਪਣਾ ਇੱਕ ਸਪੀਕਰ ਚੁਣਨਾ ਹੁੰਦਾ ਸੀਗਾ ਤੇ ਇੱਕ ਡਿਪਟੀ ਸਪੀਕਰ ਚੁਣਨਾ ਹੁੰਦਾ ਸੀ, ਜਿਹਨੇ ਸਾਰੀਆਂ ਅਸੈਂਬਲੀ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਉਸ ਨੂੰ ਰੈਗੂਲੇਟ ਕਰਨਾ ਹੁੰਦਾ ਸੀ। ਔਰ ਜਿਹੜੇ ਆਫੀਸਰਸ ਚੁਣੇ ਜਾਂਦੇ ਸੀਗੇ ਉਹਨਾਂ ਦੇ ਕੋਲੇ ਮਤਲਬ ਕਿ ਉਹਨਾਂ ਵਿੱਚੋਂ ਅਗਰ ਕਿਸੇ ਨੇ ਅਸੈਂਬਲੀ ਦੇ ਵਿੱਚੋਂ ਕਿਸੇ ਬੰਦੇ ਨੂੰ ਹਟਾਉਣਾ ਹੈਗਾ ਤਾਂ ਬਾਈ ਵੋਟ ਆਫ ਨੋ ਕੌਨਫੀਡੈਂਸ ਬਾਈ ਦਾ ਮੈਜੋਰਟੀ ਮੈਂਬਰਸ ਜਿਹੜਾ ਹੈਗਾ ਉਸ ਨੂੰ ਹਟਾਇਆ ਵੀ ਜਾ ਸਕਦਾ ਸੀਗਾ, ਉਸ ਨੂੰ ਬਾਹਰ ਕੱਢਿਆ ਵੀ ਜਾ ਸਕਦਾ ਸੀਗਾ। ਪਰ ਉਸ ਨੂੰ 14 ਦਿਨ ਪਹਿਲਾਂ ਉਸ ਦਾ ਨੋਟਿਸ ਦੇਣਾ ਪੈਂਦਾ ਸੀਗਾ। ਔਰ ਇਹਦਾ ਜਿਹੜਾ ਕੋਰਮ ਫਿਕਸ ਕੀਤਾ ਗਿਆ ਉਹ 1/6 ਕੀਤਾ ਗਿਆ। 1/6 ਦਾ ਮਤਲਬ ਹੈ ਕਿ ਜੇ 50 ਬੰਦੇ ਨੇ ਨਾਰਥ ਵੈਸਟ ਫਰੰਟੀਅਰ ਪਾਕਿਸਤਾਨ, ਜਿਹੜਾ ਨਾਰਥ ਵੈਸਟ ਫਰੰਟੀਅਰ ਜਿਹਨੂੰ ਅੱਜ ਕੱਲ੍ਹ ਪਾਕਿਸਤਾਨ ਕਹਿੰਦੇ ਨੇ, ਉਸ ਵੇਲੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਕਹਿੰਦੇ ਸੀਗੇ, ਉਹਦੇ ਵਿੱਚ ਅਗਰ ਮੰਨ ਲਓ 50 ਨੇ ਤਾਂ 50 ਦਾ 6 ਦਾ ਮਤਲਬ ਹੈਗਾ ਕਿ 1/6, ਯਾਨੀ ਲਗਭਗ 8 ਜਾਂ 9 ਬੰਦੇ ਅਗਰ ਪ੍ਰੈਜ਼ੈਂਟ ਨੇ ਤਾਂ ਉਹ ਮੀਟਿੰਗ ਸਹੀ ਮੰਨੀ ਜਾਏਗੀ। ਇੱਦਾਂ ਅਗਰ 2/50 ਦੇ ਵਿੱਚੋਂ ਦੇਖੀਏ ਤਾਂ ਜੇ 60 ਤੋਂ 62 ਜਾਂ 63 ਬੰਦੇ ਪ੍ਰੈਜ਼ੈਂਟ ਨੇ ਦੈਨ ਮੀਟਿੰਗ ਵਿਲ ਬੀ ਵੈਲਿਡ। ਤਾਂ ਇਸ ਤਰੀਕੇ ਦੇ ਨਾਲ ਬੇਟਾ ਇਹ ਜਿਹੜਾ ਹੈਗਾ ਲੈਜਿਸਲੇਟਿਵ ਅਸੈਂਬਲੀ ਜਿਹੜੀ ਆ ਉਸ ਵੇਲੇ ਬਣਾਈ। ਔਰ ਇਹਨਾਂ ਦੇ ਵਿੱਚ ਇੱਕ ਜਿਹੜਾ ਪਲੱਸ ਪੁਆਇੰਟ ਕੀ ਸੀਗਾ, ਦੈਟ ਵਾਜ਼ ਦ ਐਕਸਟੈਂਸ਼ਨ ਆਫ ਪਲੱਸ ਪੁਆਇੰਟ ਕਹਿ ਨਾ ਕੋ ਮਤਲਬ ਕਿ ਜਿਹੜਾ ਇੱਕ ਡਿਫਰੈਂਟ ਐਂਗਲ ਇਹਦੇ ਵਿੱਚ ਜੋੜਿਆ ਗਿਆ
ਉਹਨੂੰ ਅਸੀਂ ਸੰਬੰਧ ਵਿੱਚ ਅਲੱਗ ਤਰੀਕੇ ਦੇ ਨਾਲ ਪੜ੍ਹ ਵੀ ਚੁੱਕੇ ਹਾਂ। ਉਹ ਸੀਗਾ ਐਕਸਟੈਂਸ਼ਨ ਆਫ ਕਮਿਊਨਲ ਇਲੈਕਟੋਰੇਟ। ਇਸ ਸਕੀਮ ਦੇ ਅੰਦਰ ਕਮਿਊਨਲ ਇਲੈਕਟੋਰੇਟ ਨੂੰ ਦੂਜੀਆਂ ਜਾਤਾਂ ਤੱਕ ਵੀ ਵਧਾਇਆ ਗਿਆ ਔਰ ਇਸ ਐਕਟ ਨੇ ਜਿਹੜੀਆਂ ਔਰਤਾਂ ਨੂੰ, ਮਜ਼ਦੂਰ ਵਰਗ ਨੂੰ ਵੀ ਰਿਪਰੈਜ਼ੈਂਟੇਸ਼ਨ ਵੱਖਰੇ ਤੌਰ ਦੇ ਉੱਤੇ ਦਿੱਤੀ। ਔਰ ਮੋਰ ਓਵਰ ਦ ਅਨਜਸਟਿਸ ਐਂਡ provocative practice of giving over representation to certain communities was also adopted। over representation ਦਾ ਮਤਲਬ ਹੈ ਵੀ ਜਿੰਨੀ ਉਹਨਾਂ ਦੀ ਪਾਪੂਲੇਸ਼ਨ ਬਣਦੀ ਹੈ, ਜਿੰਨਾ ਉਹਨਾਂ ਦਾ ਰਾਈਟ ਬਣਦਾ, ਉਸ ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨੂੰ ਵਧਾ ਕੇ ਇਹਦੇ ਵਿੱਚ ਰਿਟੇਨ ਕੀਤਾ ਗਿਆ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਯੂਰੋਪੀਅਨਸ ਔਰ ਮੁਸਲਿਮਸ ਜਿਹੜੇ ਸੀਗੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਫੇਵਰ ਦਿੱਤੀ ਗਈ, ਉਹਨਾਂ ਦੀ ਗਿਣਤੀ ਨੂੰ ਜ਼ਿਆਦਾ ਵਧਾਇਆ ਗਿਆ। ਤੋ ਜਿਸ ਕਰਕੇ ਇਹਦੀ ਕਈ ਪਾਸੇ ਆਲੋਚਨਾ ਵੀ ਹੁੰਦੀ ਹੈ। ਹੁਣ ਅਸੀਂ ਦੇਖਣਾ ਕਿ ਬੇਟਾ ਜਿਹੜੀ ਇਹ ਪ੍ਰੋਵਿੰਸ਼ੀਅਲ ਲੈਜਿਸਲੇਚਰ ਬਣੀਆਂ, ਜਿਹਦੀਆਂ ਦੋ ਪਾਰਟਸ ਨੇ, ਲੈਜਿਸਲੇਟਿਵ ਕਾਉਂਸਲਸ ਇਨ 6 ਸਟੇਟਸ ਐਂਡ ਲੈਜਿਸਲੇਟਿਵ ਅਸੈਂਬਲੀ ਇਨ 11 ਸਟੇਟਸ, ਉਹਦੀਆਂ ਜਿਹੜੀਆਂ ਕੰਮ ਕਰਨ ਦੀਆਂ ਪਾਵਰਸ ਕਿਹੜੀਆਂ ਨੇ, ਯਾਨੀ ਕਿੱਥੇ ਕਿੱਥੇ ਉਹ ਆਪਣੀ ਐਕਸਰਸਾਈਜ਼ ਕਰਦੀ ਹੈ। ਔਰ ਕੰਮ ਕਰਨ ਦੀਆਂ ਪਾਵਰਾਂ 3 ਹੀ ਹੁੰਦੀਆਂ ਨੇ, ਇੱਕ ਵਿਧਾਨਿਕ ਜਿਹਨੂੰ ਸਭਾ ਕਾਨੂੰਨ ਬਣਾਉਣ ਦੀਆਂ, ਇੱਕ ਐਗਜ਼ੈਕਟਿਵ ਜਿਹੜਾ ਲਾਗੂ ਕਰਨ ਦੀਆਂ, ਔਰ ਇੱਕ ਜੁਡੀਸ਼ਰੀ ਜਿਹੜਾ ਇਸ ਗੱਲ ਦਾ ਫੈਸਲਾ ਕਰਨ ਦੀਆਂ ਕਿ ਕੀ ਕਾਨੂੰਨ ਠੀਕ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ। ਤੋ ਇਸ ਢੰਗ ਦੇ ਨਾਲ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਲੈਜਿਸਲੇਟਿਵ ਉਹਦੀਆਂ ਪਾਵਰਸ ਕੀ ਨੇ। ਤੋ ਜਦੋਂ ਅਸੀਂ ਪ੍ਰੋਵਿੰਸ਼ੀਅਲ ਲੈਜਿਸਲੇਚਰਸ ਦੀਆਂ ਪਾਵਰਾਂ ਦੇਖਦੇ ਹਾਂ ਕਿ ਜਿਹੜੀਆਂ ਉਹ ਕਿਹੜੀਆਂ ਉਹਨੂੰ ਮਿਲੀਆਂ, ਉਹ ਲਗਭਗ ਬੇਟਾ ਜਿੰਨੇ ਪ੍ਰਾਂਤ ਦੇ ਵਿੱਚ ਡਿਪਾਰਟਮੈਂਟ ਹੁੰਦੇ ਸੀਗੇ, ਉਹਨਾਂ ਸਾਰੇ ਡਿਪਾਰਟਮੈਂਟਾਂ ਦੇ ਸੰਬੰਧ ਵਿੱਚ ਕਾਨੂੰਨ ਬਣਾਉਣ ਦਾ ਰਾਈਟ ਜਿਹੜਾ ਹੈਗਾ ਉਹ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਰਾਹੀਂ ਇਹਨਾਂ ਲੈਜਿਸਲੇਟਿਵ ਅਸੈਂਬਲੀ ਔਰ ਕਾਉਂਸਲਸ ਨੂੰ ਦਿੱਤਾ ਗਿਆ। ਪਰ ਜਿੱਥੇ ਕਿਤੇ ਕੋਈ ਕਾਨੂੰਨ ਐਸਾ ਸੀ ਜਿੱਥੇ ਫੈਡਰਲ ਯਾਨੀ ਕੇਂਦਰ ਦੀ ਸਰਕਾਰ ਔਰ ਪ੍ਰੋਵਿੰਸ਼ੀਅਲ ਯਾਨੀ ਪ੍ਰਾਂਤ ਦੀ ਸਰਕਾਰ ਦੇ ਵਿੱਚ ਕੋਈ ਡਿਸਪਿਊਟ ਸੀਗਾ, ਉੱਥੇ ਉਹਨਾਂ ਦਾ ਕਾਨੂੰਨ ਲਾਗੂ ਨਹੀਂ ਸੀ ਹੋ ਸਕਦਾ। ਉੱਥੇ ਜਿਹੜਾ ਕਾਨੂੰਨ ਲਾਗੂ ਹੁੰਦਾ ਸੀਗਾ ਬੇਟਾ ਉਹ ਕੇਂਦਰ ਦੀ ਸਰਕਾਰ ਦਾ ਹੁੰਦਾ ਸੀ। ਅੱਜ ਵੀ ਉਹੀ ਹੈ ਸਿਸਟਮ। ਮੈਂ ਇੱਕ ਵਾਰੀ ਇਹਨੂੰ ਫੇਰ ਦੱਸ ਦਿੰਦਾ ਕਿ ਪ੍ਰਾਂਤਾਂ ਦੇ ਸੰਬੰਧ ਵਿੱਚ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਕੋਲ ਸੀ। ਪ੍ਰੋਵਿੰਸਿਸ ਦਾ ਮਤਲਬ ਮੈਂ ਵਾਰ-ਵਾਰ ਦੱਸ ਰਿਹਾ, ਪ੍ਰਾਂਤ ਹੈ ਜਿਹਨੂੰ ਅਸੀਂ ਅੱਜ ਕੱਲ੍ਹ ਸਟੇਟਾਂ ਕਹਿੰਦੇ। ਪਰ ਜਿੱਥੇ ਕੋਈ ਐਸਾ ਕਾਨੂੰਨ ਆ ਜਾਂਦਾ ਸੀ ਜਿੱਥੇ ਇਹ ਡਿਸਪਿਊਟ ਹੁੰਦਾ ਸੀਗਾ ਕਿ ਇਸ ਸੰਬੰਧ ਵਿੱਚ ਕਾਨੂੰਨ ਕੀ ਕੇਂਦਰ ਦੀ ਸਰਕਾਰ, ਜਿਹਨੂੰ ਅਸੀਂ ਫੈਡਰਲ ਕਿਹਾ, ਉਹ ਬਣਾਏਗੀ ਜਾਂ ਪ੍ਰਾਂਤਾਂ ਦੀ ਬਣਾਏਗੀ ਜਿਸ ਨੂੰ ਅਸੀਂ ਪ੍ਰੋਵਿੰਸ਼ੀਅਲ ਕਿਹਾ, ਤਾਂ ਉਸ ਸੰਬੰਧ ਦੇ ਵਿੱਚ ਕੇਂਦਰ ਦੇ ਸਰਕਾਰ ਦੇ ਕਾਨੂੰਨ ਦੀ ਵੈਲਿਡਿਟੀ ਮੰਨੀ ਜਾਂਦੀ ਸੀ, ਪ੍ਰੋਵਿੰਸ਼ੀਅਲਸ ਦੀ ਨਹੀਂ ਸੀ ਮੰਨੀ ਜਾਂਦੀ। ਔਰ ਡਿਪਾਰਟਮੈਂਟ ਵੀ ਅਗਰ ਕੋਈ ਐਸਾ ਡਿਸਪਿਊਟ ਹੈ ਤਾਂ ਫੈਡਰਲ ਦੀ ਗੱਲ ਮੰਨੀ ਜਾਏਗੀ, ਉਸ ਵੇਲੇ ਪ੍ਰੋਵਿੰਸਿਸ ਦੀ ਨਹੀਂ ਮੰਨੀ ਜਾਏਗੀ। ਔਰ ਉਹਦੇ ਲਈ ਗਵਰਨਰ ਜਨਰਲ ਦੀ ਜਿਹੜੀ ਸੈਂਕਸ਼ਨਸ ਹੋਣੀਆਂ ਜ਼ਰੂਰੀ ਸੀਗੀਆਂ, ਇਹ ਅਸੀਂ ਪਹਿਲਾਂ ਵੀ ਬੇਟਾ ਪੜ੍ਹ ਚੁੱਕੇ ਹੋਏ ਹੈਗੇ। ਉਸ ਤੋਂ ਬਾਅਦ ਸੀਗਾ ਕਿ ਬੇਟਾ ਕੋਈ ਵੀ ਬਿੱਲ ਜਾਂ ਕੋਈ ਕਿਸੇ ਵੀ ਕਾਨੂੰਨ ਦੇ ਵਿੱਚ ਤਬਦੀਲੀ, ਕੋਈ ਵੀ ਬਿੱਲ ਜਾਂ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਦੇ ਵਿੱਚ ਤਬਦੀਲੀ ਜੋ ਕਿ ਕਿਸੇ ਵੀ ਐਕਟ ਜਿਹੜਾ ਪਾਸ ਕੀਤਾ ਗਿਆ ਹੈਗਾ, ਜਿਹੜਾ ਇੰਡੀਅਨ ਐਕਟ ਪਾਸ ਹੋਇਆ ਬ੍ਰਿਟਿਸ਼ ਪਾਰਲੀਮੈਂਟ ਹੈ, ਉਹਨੂੰ ਵਿਦਆਊਟ ਗਵਰਨਰ ਜਨਰਲ ਦੀ ਪਰਮਿਸ਼ਨ ਤੋਂ ਪ੍ਰੋਵਿੰਸ਼ੀਅਲ ਲੈਜਿਸਲੇਚਰ ਵਿੱਚ ਇੰਟਰੋਡਿਊਸ ਨਹੀਂ ਸੀ ਕੀਤਾ ਜਾ ਸਕਦਾ। ਇਹਦਾ ਮਤਲਬ ਸਮਝ ਲਓ ਕਿ ਕਿਉਂਕਿ ਇਹ ਕਾਨੂੰਨ ਬਣਿਆ 1935 ਵਿੱਚ, ਉਸ ਤੋਂ ਬਾਅਦ ਇਹ ਬੰਦੇ ਚੁਣੇ ਜਾਣੇ ਆ ਔਰ ਇਹਨਾਂ ਨੇ ਅੱਗੇ ਤੋਂ ਕਾਨੂੰਨ ਬਣਾਉਣੇ। ਤਾਂ ਉਹਨਾਂ ਨੇ ਇੱਕ ਪਹਿਲਾਂ ਰਾਈਡਰ ਲਾਇਆ ਵੀ ਜਿਹੜਾ ਕੋਈ ਆਲਰੇਡੀ ਕਾਨੂੰਨ ਅੰਗਰੇਜ਼ ਦੀ ਸੰਸਦ ਨੇ ਪਾਸ ਕੀਤਾ ਹੋਇਆ, ਤੁਸੀਂ ਉਹਦੇ ਸੰਬੰਧ 'ਚ ਕੋਈ ਨਵਾਂ ਕਾਨੂੰਨ ਲਿਆਉਣਾ ਚਾਹੁੰਦੇ ਹੋ ਜਾਂ ਉਸ ਕਾਨੂੰਨ ਨੂੰ ਬਦਲਣਾ ਚਾਹੁੰਦੇ ਹੋ, ਤਾਂ ਉਹ ਪਹਿਲਾਂ ਗਵਰਨਰ ਜਨਰਲ ਦੀ ਪਰਮਿਸ਼ਨ ਲਓਗੇ, ਫਿਰ ਤੁਸੀਂ ਉਸ ਬਦਲਾਵ ਨੂੰ ਆਪਣੀ ਅਸੈਂਬਲੀ ਵਿੱਚ ਪੇਸ਼ ਕਰ ਸਕੋਗੇ ਔਰ ਜੇ ਉਹਦੇ 'ਚ ਪਾਸ ਹੁੰਦਾ ਤੇ ਫਿਰ ਉਸ ਤੋਂ ਬਾਅਦ ਉਹਦੀ ਸੈਂਕਸ਼ਨ ਦੇ ਲਈ ਗਵਰਨਰ ਜਨਰਲ ਦੇ ਕੋਲੇ ਭੇਜੋਗੇ। ਇਹ ਇੱਕ ਰਾਈਡਰ ਉਹਦੇ ਉੱਤੇ ਲਾਇਆ ਗਿਆ। ਇਸੇ ਤਰੀਕੇ ਦੇ ਨਾਲ ਕੋਈ ਵੀ ਐਸਾ ਬਿੱਲ ਜਾਂ ਕੋਈ ਅਮੈਂਡਮੈਂਟ ਜੋ ਪੁਰਾਣੇ ਕਾਨੂੰਨ ਦੀ, ਗਵਰਨਰ ਜਨਰਲ ਦੇ ਐਕਟ ਦੀ, ਜਾਂ ਜਿਹੜਾ ਪਹਿਲਾਂ ਕਿਸੇ ਗਵਰਨਰ ਨੇ ਬਣਾਇਆ ਹੋਇਆ ਜਾਂ ਕਿਸੇ ਗਵਰਨਰ ਜਾਂ ਗਵਰਨਰ ਜਨਰਲ ਨੇ ਕੋਈ ਓਰਡੀਨੈਂਸ ਜਾਰੀ ਕੀਤਾ ਹੋਇਆ, ਉਹ ਗਵਰਨਰ ਜਨਰਲ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਪਹਿਲਾਂ ਇੰਟਰੋਡਿਊਸ ਨਹੀਂ ਕਰੋਗੇ। ਯਾਨੀ ਕਹਿਣ ਦਾ ਮਤਲਬ ਇਹ ਹੈਗਾ ਕਿ ਤੁਸੀਂ ਐਂ ਨਹੀਂ ਕਰੋਗੇ ਵੀ ਇੱਕਦਮ ਤੁਹਾਡੇ ਕੋਲ ਪਾਵਰ ਆ ਗਈ ਤੇ ਤੁਸੀਂ ਕਹੋ ਵੀ ਅਸੀਂ ਸਾਰੇ ਚੱਕ ਕੇ ਪੁਰਾਣੇ ਕਾਨੂੰਨ ਰੱਦ ਕਰਤੇ ਤੇ ਨਵੇਂ ਬਣਾਤੇ। ਉਹ ਕਹਿੰਦੇ ਵੀ ਪੁਰਾਣੇ ਕਾਨੂੰਨਾਂ ਨੂੰ ਜਦੋਂ ਵੀ ਕੋਈ ਛੇੜਨਾ ਹੋਏਗਾ ਜਾਂ ਕੋਈ ਚੇਂਜ ਕਰਨਾ ਹੋਏਗਾ, ਤਬਦੀਲੀ ਕਰਨੀ ਹੋਏਗੀ, ਦੈਨ ਯੂ ਵਿਲ ਨੀਡ ਦ ਪ੍ਰਾਇਰ ਅਪਰੂਵਲ ਆਫ ਦ ਗਵਰਨਰ ਔਰ ਇਨ ਦ ਗਵਰਨਰਸ ਐਕਟ ਔਰ ਗਵਰਨਰ ਜਨਰਲ ਇਨ ਦ ਗਵਰਨਰ ਜਨਰਲਸ ਐਕਟ। ਤੀਸਰਾ ਬੇਟਾ ਉਹ 'ਚ ਕਿਹਾ ਗਿਆ ਕਿ ਜਿੱਥੇ ਗਵਰਨਰ ਜਨਰਲ ਦੀਆਂ ਡਿਸਕ੍ਰਿਸ਼ਨਰੀ ਪਾਵਰਾਂ ਉਹਨੂੰ ਦਿੱਤੀਆਂ ਹੋਈਆਂ, ਜਿਹੜੀਆਂ ਅਸੀਂ ਆਲਰੇਡੀ ਡਿਟੇਲ 'ਚ ਪੜ੍ਹ ਚੁੱਕੇ ਹਾਂ, ਉਹਦੇ ਵਿੱਚ ਅਗਰ ਕੋਈ ਤੁਸੀਂ ਤਬਦੀਲੀ ਹੋਣ ਦਾ ਪ੍ਰੋਵੀਜ਼ਨ ਬਣਦੀ ਹੈ, ਕੋਈ ਐਸਾ ਕਾਨੂੰਨ ਲੈ ਕੇ ਆਉਂਦੇ ਹੋ ਜਿਹਦੇ 'ਚ ਉਹਦੇ ਨਾਲ ਤਬਦੀਲੀ ਹੋ ਸਕਦੀ ਹੈ, ਤਾਂ ਉਹ ਤੁਸੀਂ ਕਾਨੂੰਨ ਨਹੀਂ ਲੈ ਕੇ ਆਉਂਗੇ ਵਿਦਆਊਟ ਦਾ ਗਵਰਨਰ ਜਨਰਲ ਦੀ ਪਹਿਲਾਂ ਪਰਮਿਸ਼ਨ ਤੋਂ ਬਿਨਾਂ। ਨੰਬਰ 4, ਕੋਈ ਵੀ ਐਸਾ ਕ੍ਰਿਮੀਨਲ ਜਿਹੜੀ ਪ੍ਰੋਸੀਡਿੰਗਸ ਨੇ ਕਿਸੇ ਵੀ ਯੂਰੋਪੀਅਨ ਵਿਅਕਤੀ ਦੇ ਖਿਲਾਫ, ਖਾਸ ਤੌਰ ਦੇ ਉੱਤੇ ਬ੍ਰਿਟਿਸ਼
ਦੇ ਖਿਲਾਫ ਤੁਸੀਂ ਗਵਰਨਰ ਜਨਰਲ ਦੀ ਪਰਮਿਸ਼ਨ ਤੋਂ ਬਿਨਾ ਕੋਈ ਐਸੀ ਕ੍ਰਿਮੀਨਲ ਪ੍ਰੋਸੀਡਿੰਗ ਦੇ ਨਾਲ ਸੰਬੰਧਿਤ ਕਾਨੂੰਨ ਦੇ ਵਿੱਚ ਤਬਦੀਲੀ ਨਹੀਂ ਲੈ ਕੇ ਆਉਂਗੇ ਜਿੱਥੇ ਉਹ ਪ੍ਰੋਸੀਡਿੰਗਸ ਯੂਰੋਪੀਅਨਸ ਔਰ ਬ੍ਰਿਟਿਸ਼ਰਸ ਨਾਲ ਖਾਸ ਤੌਰ ਦੇ ਉੱਤੇ ਤਾਲੁਕ ਰੱਖਦੇ ਆ, ਯਾਨੀ ਉਹਨਾਂ ਦੇ ਇੰਟਰਸਟ ਨੂੰ ਸੇਫਗਾਰਡ ਵੀ ਇਹਦੇ ਵਿੱਚ ਕੀਤਾ ਗਿਆ। ਯਾਨੀ ਕਹਿ ਲਓ ਵੀ ਉਹਦੇ ਵਿੱਚ ਉਹਨਾਂ ਨੂੰ ਲਾ ਆਫ ਇਕੁਐਲਿਟੀ ਨਹੀਂ ਦਿੱਤੀ ਗਈ, ਉਹਦੇ ਵਿੱਚ ਉਹਨਾਂ ਨੂੰ ਵੱਖਰਾ ਰੱਖਿਆ ਗਿਆ ਲਾ ਆਫ ਇਕੁਐਲਿਟੀ। ਦੂਸਰਾ ਬੇਟਾ ਅਸੀਂ ਦੇਖਣਾ ਕਿ ਉਹਦੀਆਂ ਐਗਜ਼ੈਕਟਿਵ ਪਾਵਰਸ, ਹਾਲਾਂਕਿ ਇਹਦੇ ਕੋਲੇ ਬਹੁਤ ਘੱਟ ਐਗਜ਼ੈਕਟਿਵ ਪਾਵਰ ਸੀਗੀਆਂ, ਮਤਲਬ ਕਿ ਐਗਜ਼ੈਕਟਿਵ ਵੀ ਜਿੱਥੇ ਉਹ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਇੰਟਰਵੀਨ ਕਰ ਸਕਦੀਆਂ ਸੀ। ਇਹਨਾਂ ਦੋਨੋਂ ਹਾਊਸਿਸ ਲੈਜਿਸਲੇਟਿਵ ਕਾਉਂਸਲ ਔਰ ਲੈਜਿਸਲੇਟਿਵ ਅਸੈਂਬਲੀ ਦੇ ਜਿਹੜੇ ਮੈਂਬਰ ਸੀਗੇ ਉਹ ਜਿਹੜੇ ਕੁਐਸਚਨ ਪੁੱਛ ਸਕਦੇ ਸੀਗੇ ਔਰ ਸਪਲੀਮੈਂਟਰੀ ਕੁਐਸਚਨਸ ਮੰਤਰੀਆਂ ਤੋਂ ਪੁੱਛ ਸਕਦੇ ਸੀ। ਅਜੋਰਨਮੈਂਟ ਮੋਸ਼ਨ ਵੀ ਜਾਨੀ ਇਹਨੂੰ ਡੈਫਰ ਕੀਤਾ ਜਾਏ ਉਹ ਹਾਊਸ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ ਸੀਗਾ ਔਰ ਉਹ ਕਿਸੇ ਵੀ ਜਿਹੜੀ ਅਸੈਂਬਲੀ ਹੈਗੀ ਕੁਡ ਆਲਸੋ ਰਿਮੂਵ ਦਾ ਮਿਨਿਸਟਰਸ ਸੈਪਰੇਟਲੀ ਔਰ ਕਲੈਕਟਿਵਲੀ ਬਾਈ ਅ ਵੋਟ ਆਫ ਨੋ ਕੌਨਫੀਡੈਂਸ। ਇਹ ਇੱਕ ਐਗਜ਼ੈਕਟਿਵ ਪਾਵਰ ਉਸ ਨੂੰ ਦਿੱਤੀ ਗਈ ਕਿ ਅਵਿਸ਼ਵਾਸ ਪ੍ਰਸਤਾਵ ਲਿਆ ਕੇ ਉਹ ਪੂਰੀ ਦੀ ਪੂਰੀ ਕੌਂਸਲ ਨੂੰ ਹਟਾ ਵੀ ਸਕਦੇ ਸਨ ਔਰ ਉਸ ਕੌਂਸਲ ਦੇ ਵਿੱਚੋਂ ਅਗਰ ਕੋਈ ਮੰਤਰੀ ਠੀਕ ਕੰਮ ਨਹੀਂ ਕਰ ਰਿਹਾ ਜਿਹਦੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਖਤਮ ਹੋ ਚੁੱਕਾ ਹੈ ਉਸ ਨੂੰ ਵੀ ਹਟਾਇਆ ਜਾ ਸਕਦਾ ਸੀਗਾ। ਦਿਸ ਟਾਈਪ ਆਫ ਲਿਮਿਟਡ ਐਗਜ਼ੈਕਟਿਵ ਪਾਵਰਸ ਵਰ ਗਿਵਨ ਟੂ ਦਾ ਪ੍ਰੋਵਿੰਸ਼ੀਅਲ ਲੈਜਿਸਲੇਚਰ। ਔਰ ਤੀਸਰਾ ਸੀਗਾ ਬੇਟਾ ਇਹਦੇ ਵਿੱਚ ਆਉਂਦਾ ਹੈ ਫਾਈਨੈਂਸ਼ੀਅਲ ਪਾਵਰਸ, ਕਿ ਜਿਹੜੇ ਮਨੀ ਮੈਟਰ ਸੀਗੇ ਉਹਦੇ ਵਿੱਚ ਲੋਅਰ ਹਾਊਸ ਨੂੰ ਜ਼ਿਆਦਾ ਤਾਕਤਾਂ ਸੀ ਜਿਹਨੂੰ ਅਸੀਂ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਾਂ। ਐਜ਼ ਦਾ ਮਨੀ ਬਿਲਸ ਜਿਹੜੇ ਕੋਈ ਵੀ ਜਿਹੜਾ ਪੈਸੇ ਨਾਲ ਸੰਬੰਧਿਤ ਬਿੱਲ ਹੈ ਉਹ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਹੀ ਇੰਟਰੋਡਿਊਸ ਹੋਣਾ ਸੀਗਾ। ਔਰ ਜਿਹੜਾ ਪ੍ਰਾਂਤ ਦਾ ਬਜਟ ਹੈ, ਬਜਟ ਦਾ ਮਤਲਬ ਹੁੰਦਾ ਵੀ ਕਿੰਨਾ ਸਾਡੇ ਕੋਲ ਪੈਸਾ ਆਏਗਾ, ਕਿੰਨਾ ਅਸੀਂ ਖਰਚ ਕਰਾਂਗੇ, ਜਿੱਦਾਂ ਸਾਡੇ ਹਰ ਸਟੇਟ ਦਾ ਬਜਟ ਹੁੰਦਾ, ਸੈਂਟਰ ਦਾ ਹਰ ਸਾਲ ਦਾ ਬਜਟ ਹੁੰਦਾ ਹੈ, ਉਹਨੂੰ ਜਿਹੜਾ ਹੈਗਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਸੀਗਾ ਨੌਨ ਵੋਟੇਬਲ ਆਈਟਮਸ ਔਰ ਇੱਕ ਸੀਗੀਆਂ ਵੋਟੇਬਲ ਆਈਟਮਸ। ਪਹਿਲਾਂ ਮੈਂ ਬਾਅਦ 'ਚ ਦੱਸ ਦਿੰਦਾ ਵੋਟੇਬਲ ਐਂਡ ਨੋਨ ਵੋਟੇਬਲ। ਜਿਹੜੀਆਂ ਨੌਨ ਵੋਟੇਬਲ ਆਈਟਮ ਸੀ ਉਹ 70% ਸੀ, ਜਿਹੜੀਆਂ ਨੌਨ ਵੋਟੇਬਲ ਆਈਟਮਸ 30% ਸੀਗੀਆਂ ਔਰ ਜਿਹੜੀਆਂ ਵੋਟੇਬਲ ਆਈਟਮ ਸੀਗੀਆਂ ਉਹ 70% ਸੀਗੀਆਂ। ਯਾਨੀ ਉਹ 30% ਜਿਹੜੀਆਂ ਨੌਨ ਵੋਟੇਬਲ ਆਈਟਮਸ ਤੇ ਉਹਦੇ ਉੱਤੇ ਮਤਲਬ ਕਿ ਤੁਸੀਂ ਵੋਟਾਂ ਪਾ ਕੇ ਫੈਸਲਾ ਨਹੀਂ ਕਰੋਗੇ। ਵੋਟਾਂ ਪਾਉਣ ਦਾ ਤੁਹਾਨੂੰ ਰਾਈਟ ਨਹੀਂ ਹੈਗਾ ਵੀ ਮੈਜੋਰਿਟੀ ਦੇ ਨਾਲ ਅਸੀਂ ਗੱਲ ਨਹੀਂ ਮੰਨਣਾ ਚਾਹੁੰਦੇ ਤੇ ਉਸ ਨੂੰ ਰੱਦ ਕੀਤਾ ਜਾਵੇ, ਤਾਂ ਦੈਟ ਰਾਈਟ ਵਾਸ ਨਾਟ ਗਿਵਨ। ਜਿਹੜਾ ਇਹ ਨੌਨ ਵੋਟੇਬਲ ਆਈਟਮਸ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਸੀ? ਡੈਟ ਚਾਰਜਸ ਜਿਹੜੇ ਕਰਜ਼ੇ ਦੇ ਨਾਲ ਸੰਬੰਧਿਤ, ਤਨਖਾਹਾਂ ਔਰ ਅਲਾਊਂਸਿਸ ਜਿਹੜੀਆਂ ਗਵਰਨਰ ਦੀਆਂ ਸੀ, ਮੰਤਰੀਆਂ ਦੀਆਂ ਸੀ, ਹਾਈ ਕੋਰਟ ਦੇ ਜੱਜਾਂ ਦੀਆਂ ਸੀ, ਉਹਦੇ ਉੱਤੇ ਤੁਸੀਂ ਵੋਟਿੰਗ ਨਹੀਂ ਕਰੋਗੇ। ਵਾਟ ਐਵਰ ਦਾ ਇੰਟਰੋਡਿਊਸ ਦੈਟ ਇਜ਼ ਇੰਟਰੋਡਿਊਸਡ, ਉਹ ਅਲੱਗ ਪ੍ਰੋਸੀਜਰ 'ਚ ਚੱਲੇ। ਲੇਕਿਨ ਬਾਕੀ ਦੇ ਜਿਹੜੇ 70% ਖਰਚੇ ਆ ਕੋਈ ਸਟੇਟ ਦੀ ਡਿਵੈਲਪਮੈਂਟ ਦੇ ਆ, ਕੋਈ ਸੜਕਾਂ ਤੇ ਆ, ਕਿਸੇ ਹੋਰ ਚੀਜ਼ਾਂ ਤੇ ਆ, ਉਹਦੇ ਉੱਤੇ ਤੁਸੀਂ ਡਿਸਕਸ਼ਨ ਜਿਹੜੀ ਆ ਉਹ ਕਰ ਸਕਦੇ ਸੀਗੇ। ਔਰ ਜਿਹੜੀਆਂ ਨੌਨ ਵੋਟੇਬਲ ਆਈਟਮ ਸੀਗੀਆਂ ਉਹਦੇ ਤੇ ਤੁਸੀਂ ਕੋਈ ਵੋਟਿੰਗ ਨਹੀਂ ਕਰ ਸਕਦੇ, ਤੁਸੀਂ ਜਾਂ ਉਸ ਨੂੰ ਐਕਸੈਪਟ ਕਰੋਗੇ ਜਾਂ ਉਸ ਨੂੰ ਰਿਜੈਕਟ ਕਰੋਗੇ। ਤੇ ਰਿਜੈਕਟ ਕਰਨ ਦੇ ਲਈ ਮੈਜੋਰਿਟੀ ਚਾਹੀਦੀ, ਵੱਡੀ ਮੈਜੋਰਿਟੀ ਚਾਹੀਦੀ ਹੈ, ਕਿਉਂਕਿ ਕਈ ਲੋਕ ਉਸ ਨੂੰ ਡਿਬੇਟ 'ਚ ਲਿਆਉਣਾ ਚਾਹੁੰਦੇ ਹੁੰਦੇ ਆ, ਤਾਂ ਉਹ ਜਿਹੜਾ ਡਿਬੇਟਿੰਗ ਰਾਈਟ ਸੀਗਾ ਬੇਟਾ ਉਹ ਨਹੀਂ ਦਿੱਤਾ ਗਿਆ। ਲੇਕਿਨ ਜਿਹੜੀਆਂ ਵੋਟੇਬਲਸ ਬਜਟ ਸੀਗਾ ਉਹ ਬੇਟਾ ਜਿਹੜਾ ਸੀਗਾ ਬਜਟ ਜਿਹੜਾ ਹੈਗਾ ਇਨ ਦਾ ਫਾਰਮ ਆਫ ਡਿਮਾਂਡਸ ਫॉर ਗ੍ਰਾਂਟਸ, ਉਹ ਜਿਹੜਾ ਪੇਸ਼ ਕੀਤਾ ਜਾਂਦਾ ਸੀਗਾ ਉਹਦੇ ਉੱਤੇ ਉਹ ਡਿਮਾਂਡਸ ਘਟਾਈਆਂ ਵੀ ਜਾ ਸਕਦੀਆਂ ਸੀ, ਡਿਮਾਂਡਸ ਨੂੰ ਰਿਜੈਕਟ ਵੀ ਕੀਤਾ ਜਾ ਸਕਦਾ ਸੀਗਾ, ਉਹਨਾਂ ਗ੍ਰਾਂਟਸ ਨੂੰ ਛੇੜਿਆ ਵੀ ਜਾ ਸਕਦਾ ਸੀ। ਛੇੜਨ ਦਾ ਮਤਲਬ ਘਟਾਉਣਾ, ਵਧਾਉਣਾ, ਚੇਂਜ ਕਰਨਾ, ਵਟਸਐਵਰ ਇਟ ਇਜ਼, ਉਹ ਕੀਤਾ ਜਾ ਸਕਦਾ ਸੀਗਾ। ਔਰ ਪਰ ਉਹ ਸਾਰੀਆਂ ਦੇ ਲਈ ਬੇਟਾ ਜਿਹੜੀ ਹੈਗੀ ਹੈ ਫਾਈਨਲ ਜਿਹੜੀ ਅਪਰੂਵਲ ਆਫ ਦਾ ਗਵਰਨਰ ਉਹ ਬੜੀ ਜ਼ਰੂਰੀ ਮੰਨੀ ਜਾਂਦੀ ਸੀਗੀ। ਉਹ ਇਹ ਚੀਜ਼ਾਂ ਪਰਮਾਨੈਂਟ ਹੀ ਰਹੀਆਂ ਜਿੰਨੀ ਦੇਰ ਤੱਕ ਅੰਗਰੇਜ਼ ਇੱਥੇ ਰਹੇ ਨੇ, ਗਵਰਨਰ ਔਰ ਗਵਰਨਰ ਜਨਰਲ ਦੀਆਂ ਜਿਹੜੀਆਂ ਪਰਮਿਸ਼ਨ ਸੀ। ਔਰ ਗਵਰਨਰ ਜਿਹੜਾ ਹੈਗਾ ਉਹ ਤੁਹਾਡੇ ਦੁਆਰਾ ਪਾਸ ਕੀਤੀ ਗਈ ਕਿਸੇ ਵੀ ਪ੍ਰਪੋਜ਼ਲ ਨੂੰ, ਯਾਨੀ ਕੋਈ ਗ੍ਰਾਂਟ ਤੁਸੀਂ ਘਟਾਈ ਹੈ ਉਹਨੂੰ ਰਿਸਟੋਰ ਕਰ ਸਕਦਾ ਸੀ, ਤੁਸੀਂ ਵਧਾਈ ਹੈ ਉਸ ਨੂੰ ਦੁਬਾਰਾ ਘਟਾ ਸਕਦਾ ਸੀਗਾ। ਸੋ ਲਾਈਕ ਦੈਟ ਉਹ ਸਾਰੀਆਂ ਜਿਹੜੀਆਂ ਪਾਵਰ ਸੀਗੀਆਂ ਉਹਦੇ ਕੋਲੇ ਰਹਿੰਦੇ ਸੀ। ਨਵੇਂ ਟੈਕਸਿਸ ਨੇ ਉਹ ਸਾਰਿਆਂ ਦੇ ਲਈ ਗਵਰਨਰ ਦੀ ਜਿਹੜੀ ਪ੍ਰਾਇਰ ਸੈਂਕਸ਼ਨ ਹੈ ਉਹ ਜ਼ਰੂਰੀ ਮੰਨੀ ਜਾਂਦੀ ਸੀ। ਤੋ ਇਸ ਤਰੀਕੇ ਦੇ ਨਾਲ ਇਹ ਪ੍ਰੋਵੀਜ਼ਨਸ ਕੀਤੀਆਂ ਗਈਆਂ ਔਰ ਜਿਹਦੇ ਮੁਤਾਬਿਕ 1937 ਦੇ ਵਿੱਚ ਜਿਹੜੇ ਨਵੇਂ ਇਲੈਕਸ਼ਨਸ ਹੋਏ ਉਹਦੇ 'ਚ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਇਸ ਕਾਨੂੰਨ ਦੇ ਅੰਤਰਗਤ ਪ੍ਰਾਂਤਾਂ ਦੇ ਵਿੱਚ ਕੰਮ ਕਰਨਾ ਸਟਾਰਟ ਕੀਤਾ। ਇਸ ਗੱਲ ਦੇ ਵਿੱਚ ਬੇਟਾ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਕਾਨੂੰਨ ਬਣਿਆ ਉਹ ਪੁਰਾਣੇ ਕਾਨੂੰਨਾਂ ਦੇ ਮੁਤਾਬਿਕ ਬਹੁਤ ਇੱਕ ਵੱਡਾ ਸਟੈਪ ਸੀ।
ਕਿਉਂਕਿ 1935 ਤੋਂ ਪਹਿਲਾਂ ਇਹ ਸਾਰੀਆਂ ਪਾਵਰ ਜੋ ਅਸੀਂ ਇਹਦੇ ਵਿੱਚ ਗਿਣਦੇ ਹਾਂ, ਹਾਲਾਂਕਿ ਉਸ ਨੂੰ ਅਸੀਂ ਇਨਸਫੀਸ਼ੀਐਂਟ ਮੰਨਦੇ ਹਾਂ, ਉਸ ਨੂੰ ਅਸੀਂ ਘੱਟ ਮੰਨਦੇ ਹਾਂ ਅੱਜ ਦੀ ਤਰੀਕ ਦੇ ਮੁਤਾਬਿਕ, ਲੇਕਿਨ ਉਹ ਉਸ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸਟੈਪ ਸੀਗਾ, ਕਿਉਂਕਿ ਉਸ ਤੋਂ ਪਹਿਲਾਂ ਇਹ ਸਾਰੀਆਂ ਤਾਕਤਾਂ ਨਹੀਂ ਸਨ। ਡਾਇਰੈਕਟ ਇਲੈਕਸ਼ਨਸ ਪਹਿਲਾਂ ਨਹੀਂ ਸੀ ਹੁੰਦੇ ਇੰਨੀ ਵੱਡੀ ਗਿਣਤੀ 'ਚ, ਸਿੱਧੀ ਚੋਣ ਪ੍ਰਣਾਲੀ ਜਿਹੜੀ ਆ ਲਾਗੂ ਕੀਤੀ ਗਈ, ਫਰੈਂਚਾਈਜ਼ ਵਧਾਈ ਗਈ, ਵੋਟਾਂ ਪਾਉਣ ਵਾਲਿਆਂ ਦੀ ਗਿਣਤੀ ਵਧਾਈ ਗਈ, ਜਿਹੜੀ ਅਸੈਂਬਲੀ ਸੀਗੀਆਂ ਉਹ ਡਾਇਰੈਕਟਲੀ ਇਲੈਕਟਡ ਬੋਡੀਜ਼ ਬਣੀਆਂ, ਉਹਨਾਂ ਦੇ ਵਿੱਚ ਜਿਹੜਾ ਨੰਬਰ ਸੀ ਲੋਕਾਂ ਦਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਬੰਗਾਲ ਦੇ ਵਿੱਚ 250 ਬੰਦਿਆਂ ਨੇ ਅਸੈਂਬਲੀ ਦੇ ਵਿੱਚ ਪਾਰਟਿਸਿਪੇਟ ਕਰਨਾ ਸੀਗਾ ਇਲੈਕਟ ਹੋ ਕੇ, ਤਾਂ ਇੱਕ ਵੱਡੀ ਗਿਣਤੀ ਜਿਹੜੀ ਸੀ ਸਰਕਾਰ ਤੇ ਪ੍ਰੈਸ਼ਰ ਪਾਉਣ ਦੇ ਲਈ ਉਹ ਆ ਚੁੱਕੀ ਸੀ। ਸੋ ਇਟ ਵਾਜ਼ ਏ ਗ੍ਰੇਟ ਸਟੈਪ। ਬਟ ਉਹਦੇ ਬਾਵਜੂਦ ਵੀ ਇਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਕੁਝ ਕਮੀਆਂ ਰਹੀਆਂ, ਜਿਵੇਂ ਲੈਜਿਸਲੇਟਿਵ ਕਾਉਂਸਲ ਬਣੀ ਤੇ ਜਿਹੜੀ ਪਿਓਰਲੀ ਇਲੈਕਟਡ ਬੋਡੀ ਸੀ, ਚੁਣੀ ਹੋਈ ਬੋਡੀ ਸੀ, ਉਹਦੇ ਕੋਲੇ ਓਨੀਆਂ ਪਾਵਰਾਂ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ। ਉਹਨਾਂ ਦੀਆਂ ਪਾਵਰਾਂ ਦੇ ਉੱਤੇ ਕਟੌਤੀ ਲੱਗਦੀ ਹੈ, ਗਵਰਨਰ ਦੀਆਂ ਸੈਂਕਸ਼ਨਾਂ ਕਰਕੇ ਲੱਗਦੀ ਹੈ, ਗਵਰਨਰ ਜਨਰਲ ਦੀਆਂ ਸੈਂਕਸ਼ਨਸ ਕਰਕੇ ਲੱਗਦੀ ਹੈ, ਉਹਨਾਂ ਦੀਆਂ ਪ੍ਰਾਇਰ ਅਪਰੂਵਲਸ ਕਰਕੇ ਲੱਗਦੀ ਹੈ, ਔਰ ਉਹਨਾਂ ਵਿੱਚੋਂ ਵੀ ਜਿਹੜੇ ਲੋਕ ਸਰਕਾਰ ਨਾਲ ਮਿਲ ਕੇ ਚੱਲਣਾ ਚਾਹੁੰਦੇ ਸੀ ਉਹ ਵੀ ਇਸ ਪ੍ਰੋਸੈਸ ਨੂੰ ਰੋਕਦੇ ਸੀਗੇ, ਉਹਦੇ ਨਾਲ ਵੀ ਇਹਦੀ ਜਿਹੜੀ ਪਿਓਰਲੀ ਰਿਪਰੈਜ਼ੈਂਟੇਟਿਵ ਬੋਡੀ ਕਹਿਣ ਦਾ ਹੱਕ ਇਹਦੇ ਕੋਲੇ ਨਹੀਂ ਸੀ ਰਹਿੰਦਾ। ਕਿਉਂਕਿ ਅਸੀਂ ਦੇਖਦੇ ਹਾਂ ਕਿ ਫਰੈਂਚਾਈਜ਼ ਵਧਾਇਆ 3 ਤੋਂ 14%, ਪਰ ਤੁਸੀਂ ਦੇਖੋ ਕਿ 86% ਜਿਹੜਾ ਲੋਕ ਸੀਗਾ ਅਡਲਟ ਪਾਪੂਲੇਸ਼ਨ ਉਹ ਹਜੇ ਵੀ ਵੋਟ ਨਹੀਂ ਸੀ ਪਾ ਸਕਦੇ। ਤੋ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਐਬਸੋਲੂਟ ਕੰਪਲੀਟ ਪਰਫੈਕਟ ਐਕਟ ਸੀਗਾ, ਲੇਕਿਨ ਪਹਿਲਾਂ ਦੇ ਨਾਲੋਂ ਡੈਫੀਨੇਟਲੀ ਇੱਕ ਮਾਰਕਡ ਜਿਹੜੀ ਹੈਗੀ ਹੈ, ਤੁਸੀਂ ਕਹਿ ਸਕਦੇ ਹੋ ਕਿ ਇੰਪਰੂਵਮੈਂਟ ਇਸ ਕਾਨੂੰਨ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਜਿਹੜੀਆਂ ਪਰ ਇਹਦਾ ਇੱਕ ਸਾਨੂੰ ਬੈਨੀਫਿਟ ਇਹ ਮਿਲਿਆ ਕਿ ਜਦੋਂ ਸਾਰੀਆਂ ਚਰਚਾਵਾਂ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚ ਹੋਈਆਂ, ਫੈਡਰਲ ਅਸੈਂਬਲੀਜ਼ ਹੋਈਆਂ, ਤਾਂ ਲੋਕਾਂ ਨੂੰ ਜਾਗਰਿਤ ਕਰਨ ਦਾ, ਲੋਕਾਂ ਨੂੰ ਪ੍ਰੇਰਿਤ ਕਰਨ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਜਿਹੜਾ ਸੀਗਾ ਉਹ ਐਗਜ਼ਿਸਟੈਂਸ ਦੇ ਵਿੱਚ ਆਇਆ, ਔਰ ਜਿਹਦੇ ਨਾਲ ਫਿਰ ਹਿੰਦੁਸਤਾਨ ਦੀ ਆਜ਼ਾਦੀ ਵਾਲੀ ਜਿਹੜੀ ਦਿਸ਼ਾ ਸੀ ਉਹ ਹੋਰ ਜ਼ਿਆਦਾ ਨਜ਼ਦੀਕ ਸਹੀ ਪਕੜੀ ਗਈ, ਔਰ ਟਾਰਗੇਟ ਜਿਹੜਾ ਸੀ ਉਹ ਕਾਫੀ ਨਜ਼ਦੀਕ ਸਾਡੇ ਆ ਗਿਆ।